नमस्कार, ओम शांति। करता पुरख 'ਚ ਅੱਜ ਫਿਰ ਤੁਹਾਡਾ ਸਵਾਗਤ ਕਰਦੀ ਹਾਂ। ਅਸੀਂ ਪ੍ਰਸ਼ਨ ਲੈ ਕੇ ਜ਼ਰੂਰ ਆਉਂਦੇ ਤੁਹਾਡੇ ਵਰਗੋ, ਲੇਕਿਨ ਅਨੁਭਵ ਦੀ ਗੱਲਾਂ ਵੀ ਅਸੀਂ ਫਿਰ ਲੈ ਕੇ ਆਏ ਹਾਂ। ਅਸੀਂ ਬਾਬੇ ਦਾ ਅਨੁਭਵ ਵੀ ਸੁਣਿਆ ਅਤੇ ਮੰਮਾ ਦਾ ਵੀ, ਅਤੇ ਨਾਲੇ ਦਾਦੀ ਪ੍ਰਕਾਸ਼ ਮਨੀ ਦਾ। ਅੱਜ ਫਿਰ ਤੋਂ ਆਈਏ ਸਵਾਗਤ ਕਰਦੇ ਹਾਂ ਸਾਡੇ ਨਿਰਵੈਰ ਭਾਈ ਦਾ ਇਸ कार्यक्रम 'ਚ। ਭਾਈ ਜੀ, ਤੁਹਾਡਾ ਇਸ कार्यक्रम 'ਚ ਬਹੁਤ ਬਹੁਤ ਸਵਾਗਤ ਆ। बहुत बहुत शुक्रिया, धन्यवाद और सत श्री अकाल। हाँ जी ਜੀ, ਤਾਂ ਤੁਸੀਂ ਜਗਦੀਸ਼ ਭਾਈ ਨਾਲ ਕਿੱਦਾਂ ਕਿਆ ਅਨੁਭਵ ਪ੍ਰਾਪਤ ਕੀਤਾ, ਉਹ ਅਸੀਂ ਸੁਣਨਾ ਚਾਹੁੰਦੇ ਹਾਂ ਅੱਜ। ਜਦੋਂ ਮੈਂ ਬਾਬਾ ਦੇ ਕੋਲ ਪਹਿਲੇ ਮਾਊਂਟ ਆਬੂ ਆਇਆ ਜੀ ਔਰ ਮਾਊਂਟ ਆਬੂ ਤੋਂ ਬਾਬਾ ਨੂੰ ਮਿਲਣ ਕਰਕੇ, ਇਹ ਸਾਨੂੰ 59 ਦੀ ਗੱਲ ਹੈ, ਜੀ ਔਰ ਜੁਲਾਈ 20 ਤਾਰੀਖ 1959, ਤੇ ਬਾਬਾ ਨੂੰ ਮਿਲ ਕਰਕੇ ਮੈਂ ਆਪਣੇ ਪਿੰਡ ਜਾਣਾ ਸੀ। ਸਾਡਾ ਪਿੰਡ ਨਾਂ ਉਹਦਾ ਗੁਰਦਾਸਪੁਰ, ਜੀ ਪਰ ਹੈ ਉਹ ਡਿਸਟ੍ਰਿਕਟ ਹੁਸ਼ਿਆਰਪੁਰ 'ਚ, ਜੀ ਮੁਕੇਰੀਆਂ ਦੇ ਕੋਲ। ਜੀ ਤੇ ਉੱਧਰ ਜਾਣ ਤੋਂ ਪਹਿਲੇ ਮੈਂ ਆਪਣਾ 1 ਦਿਨ 2 ਦਿਨ ਦਾ ਪ੍ਰੋਗਰਾਮ ਦਿੱਲੀ ਦਾ ਬਣਾ ਲਿਆ, ਜੀ ਕਿਉਂਕਿ ਦਿੱਲੀ 'ਚ ਵੀ ਆਪਣੇ ਸੈਂਟਰ 2-3 ਹੈਗੇ ਸੀ। ਇੱਕ ਸੈਂਟਰ ਤੇ ਦੀਦੀ ਮਨਮੋਹਿਨੀ, ਜਿਹੜੀ ਦਿੱਲੀ ਔਰ ਆਸ-ਪਾਸ ਦੇ ਸੈਂਟਰਾਂ ਦਾ ਸਾਰੀ ਜ਼ਿੰਮੇਵਾਰੀ ਉਹਨਾਂ ਦੇ ਉੱਪਰ ਸੀ, ਦੀਦੀ ਮਨਮੋਹਿਨੀ, ਤੇ ਉਹਨਾਂ ਨੂੰ ਵੀ ਮਿਲਣਾ ਸੀ। ਔਰ ਫਿਰ ਦਾਦੀ ਗੁਲਜ਼ਾਰ ਔਰ ਜਗਦੀਸ਼ ਭਾਈ ਜੀ, ਉਹ ਦਿੱਲੀ ਕਮਲਾ ਨਗਰ ਸੈਂਟਰ 'ਤੇ ਰਹਿੰਦੇ ਸੀ, ਤੇ ਉਹਨਾਂ ਨੂੰ ਵੀ ਮਿਲਣਾ ਸੀ। ਤੇ ਪਹਿਲੀ ਵਾਰ ਮੈਂ ਜਗਦੀਸ਼ ਭਾਈ ਜੀ ਨੂੰ ਉਹਨਾਂ ਦਿਨਾਂ 'ਚ ਮਿਲਿਆ ਸੀ। ਜੀ ਔਰ ਜਗਦੀਸ਼ ਭਾਈ ਬਹੁਤ ਬੁੱਧੀਵਾਨ ਔਰ ਬਹੁਤ ਸਾਰੀਆਂ ਉਹਨਾਂ ਦੇ 'ਚ ਵਿਸ਼ੇਸ਼ਤਾ ਹੈਗੀਆਂ ਸੀ। ਖਾਸ ਉਹਨਾਂ ਦੀ ਕਲਮ ਜਿਹੜੀ ਸੀ, ਜੀ ਲਿਖਣ ਦਾ ਇਹੋ ਜਿਹਾ ਅਭਿਆਸ ਹੁੰਦਾ ਸੀ ਕਿ ਇੱਕ ਦਿਨ 'ਚੋਂ ਇੱਕ ਛੋਟੀ ਜਿਹੀ ਕਿਤਾਬ ਬਣਾ ਕੇ ਤਿਆਰ ਕਰ ਦਿੰਦੇ ਸੀ। ਔਰ ਖਾਸ ਸਾਕਾਰ ਬ੍ਰਹਮਾ ਬਾਬਾ ਦੇ ਕੋਲ ਉਹ ਜਾ ਕਰਕੇ ਜੋ ਕੁਛ ਵੀ ਕੋਈ ਨਈ ਚੀਜ਼, ਨਈ ਕਿਤਾਬ ਛਾਪਣੀ ਹੋਏ, ਉਹ ਲਿਖ ਕੇ ਲੈ ਜਾਂਦੇ ਸੀ ਔਰ ਬਾਬਾ ਨੂੰ ਸੁਣਾਉਂਦੇ ਸੀ। ਔਰ ਬਾਬਾ ਉਹਦੇ 'ਚ ਕੁਛ ਨਾ ਕੁਛ ਐਡੀਸ਼ਨ ਕਰੈਕਸ਼ਨ ਵੀ ਕਰਾਉਂਦੇ ਸੀ। ਲੇਕਿਨ ਬਾਬਾ ਜਗਦੀਸ਼ ਭਾਈ ਦੀ ਬੁੱਧੀ 'ਤੇ ਹਮੇਸ਼ਾ ਬਹੁਤ ਫਖਰ ਨਾਲ ਕਹਿੰਦੇ ਸੀ ਕਿ ਇਸ ਬੱਚੇ ਦੀ ਬੁੱਧੀ ਜਿਹੜੀ ਹੈ ਨਾ, ਇਹ 7 ਫੁੱਟ ਲੰਬੀ ਬੁੱਧੀ ਹੈ। ਮਤਲਬ ਬਹੁਤ ਹੀ ਹਰ ਗੱਲ ਦਾ ਗਿਆਨ ਵੀ ਉਹਨਾਂ ਨੂੰ ਬਹੁਤ, ਉਹਦੀ ਸਟੱਡੀ ਵੀ ਬਹੁਤ ਕਰਦੇ ਸੀ, ਬਹੁਤ ਗਹਿਰਾਈ 'ਚ ਜਾਂਦੇ ਸੀ। ਔਰ ਫਿਰ ਲਿਖਣ ਦਾ ਉਹਨਾਂ ਦਾ ਜਿਹੜਾ ਤਰੀਕਾ ਸੀ, ਇਤਨਾ ਅੱਛਾ ਲਿਖਦੇ ਸੀ, ਉਹ ਹਰ ਇੱਕ ਨੂੰ ਪਸੰਦ ਆਉਂਦਾ ਸੀ। ਉਹਨਾਂ ਦਿਨਾਂ 'ਚ ਇੱਕ ਮੈਗਜ਼ੀਨ ਨਿਕਲਦੀ ਸੀ, ਉਹ ਵੀ ਉਹ ਖੁਦ ਹੀ ਲਿਖਦੇ ਸੀ, ਖੁਦ ਹੀ ਛਾਪਦੇ ਸੀ। ਤੇ ਉਸ ਵੇਲੇ ਜ਼ਿਆਦਾ ਕਾਪੀਆਂ ਤਾਂ ਨਹੀਂ ਛਪਦੀਆਂ ਸੀ, 1000 ਕਾਪੀ ਛਪਦੀ ਸੀ ਉਸ ਵੇਲੇ। ਲੇਕਿਨ ਜਗਦੀਸ਼ ਭਾਈ ਜੀ ਦਾ ਜਦੋਂ ਅਨੁਭਵ ਸੁਣਿਆ ਮੈਂ ਤਾਂ ਹੈਰਾਨ ਹੋ ਗਿਆ ਕਿ ਉਹ ਸੋਨੀਪਤ 'ਚ ਟੀਚਰਸ ਟ੍ਰੇਨਿੰਗ ਕਾਲਜ ਦੇ ਪ੍ਰਿੰਸੀਪਲ ਹੈਗੇ ਸੀ।
ਜਦੋਂ ਉਹ ਗਿਆਨ ਲਿਆ ਉਹਨਾਂ ਨੇ। ਔਰ ਗਿਆਨ ਲੈਣ ਵਾਸਤੇ ਉਹ ਸੋਨੀਪਤ ਤੋਂ ਦਿੱਲੀ ਰੋਜ਼ ਸਵੇਰੇ ਜਾਣਾ ਉਹਨਾਂ ਨੇ। ਟ੍ਰੇਨ ਮਿਲ ਜੇ ਤੇ ਠੀਕ ਹੈ, ਨਹੀਂ ਤੇ ਪੈਦਲ ਹੀ ਜਾਣਾ। ਇਤਨਾ ਮਤਲਬ ਇੱਕ ਲਗਨ ਸੀ ਉਹਨਾਂ ਦੀ। ਔਰ ਉਸ ਵੇਲੇ ਸਾਡੀ ਇੱਕ ਛੋਟੀ ਭੈਣ ਜੀ ਸੀ ਤੁਹਾਡੀ ਤਰ੍ਹਾਂ, ਜੀ ਕੂੰਜ ਦਾਦੀ ਉਹਨਾਂ ਦਾ ਨਾਂ ਸੀ। ਬਾਅਦ 'ਚੋਂ ਦਾਦੀ ਕਹਿਲਾਉਣ ਲੱਗ ਪਈ। ਉਸ ਵੇਲੇ ਤੇ ਕੂੰਜ ਵੈਨ ਹੀ ਕਹਿੰਦੇ ਸੀ। ਔਰ ਉਹ ਬਾਅਦ 'ਚ ਪਟਨਾ ਚਲੀ ਗਈ ਸੀ। ਉਸ ਵੇਲੇ ਉਹ ਦਿੱਲੀ 'ਚ ਸੀ। ਜੀ ਤੇ ਕੂੰਜ ਵੈਨ ਜਗਦੀਸ਼ ਬਾਈ ਨੂੰ ਈਸ਼ਵਰੀ ਗਿਆਨ ਦੀ ਜਿਹੜੀ ਸੱਤਾ ਕੋਰਸ ਹੈ, ਉਹ ਕੋਰਸ ਕਰਾਉਣ ਦੇ ਨਿਮਿਤ ਬਣੀ ਸੀ। ਔਰ ਜਗਦੀਸ਼ ਭਾਈ ਜੀ ਨੂੰ ਉਹਨਾਂ ਦੇ ਪ੍ਰਤੀ ਵੀ ਬਹੁਤ ਰਿਸਪੈਕਟ। ਔਰ ਉਸ ਵੇਲੇ ਦਾਦੀ ਹਿਰਦੇ ਮੋਇਨੀ, ਦੀਦੀ ਮਨ ਮੋਇਨੀ ਸਭ ਦਿੱਲੀ 'ਚ ਸੀ ਤੇ ਉਹਨਾਂ ਵਾਸਤੇ ਵੀ ਬਹੁਤ ਰਿਸਪੈਕਟ ਸੀ। ਤੇ ਪੈਦਲ ਆਉਂਦੇ ਸੀ ਕਈ ਵਾਰ। ਮਤਲਬ ਕਹਿਣ ਦਾ ਹੀ ਕਿ ਇਤਨੀ ਲਗਨ ਸੀ ਉਹਨਾਂ ਨੂੰ ਕਿ ਮੈਂ ਇਸ 7 ਦਿਨ ਦਾ ਕੋਰਸ ਜ਼ਰੂਰ ਕਰਨਾ ਹੀ। 7 ਦਿਨ ਦਾ ਕੋਰਸ ਕੀਤਾ, ਉਹਦੇ 'ਚ ਮੈਡੀਟੇਸ਼ਨ ਕੀਤੀ। ਮੈਡੀਟੇਸ਼ਨ 'ਚ ਉਹਨਾਂ ਨੂੰ ਕੋਈ ਸਾਖਸ਼ਾਤਕਾਰ ਹੋਏ। ਔਰ ਜਦੋਂ ਉਹਨਾਂ ਨੂੰ ਇਹ ਗਿਆਨ ਮਿਲਿਆ ਕਿ ਇਹ ਗਿਆਨ ਦੇਣ ਵਾਲਾ ਸਵਯੰ ਪਰਮਾਤਮਾ ਸ਼ਿਵ ਬਾਬਾ, ਉਹ ਬ੍ਰਹਮਾ ਬਾਬਾ ਦੇ ਮੁਖ ਦੁਆਰਾ ਗਿਆਨ ਦਿੰਦੇ ਨੇ, ਤੇ ਉਹਨਾਂ ਨੇ ਦੀਦੀ ਮਨਮੋਹਿਨੀ ਨੂੰ ਰਿਕੁਐਸਟ ਕੀਤੀ ਕਿ ਮੈਂ ਬਾਬਾ ਨੂੰ ਮਿਲਣ ਜਾਣਾ ਹੈ। ਉਹ ਕਹਿਣ ਲੱਗੇ ਵੀ ਸਾਡਾ ਤੇ ਨਿਯਮ ਹੈ, ਘੱਟ ਤੋਂ ਘੱਟ 6 ਮਹੀਨੇ ਗਿਆਨ 'ਚ ਕੋਈ ਚੱਲਦਾ ਹੀ, ਧਾਰਨਾ ਆਪਣੀ ਪੱਕੀ ਕਰਦਾ ਹੀ, ਤਾਂ ਹੀ ਉੱਥੇ ਲੈ ਕੇ ਜਾਂਦੇ। ਫਿਰ ਵੀ ਜਗਦੀਸ਼ ਬਾਈ ਨੇ ਕਿਹਾ ਤੁਸੀਂ ਬਾਬਾ ਕੋਲੋਂ ਪੁੱਛ ਲਓ, ਬਾਬਾ ਛੁੱਟੀ ਦੇ ਤੇ ਮੈਨੂੰ ਲੈ ਚਲੋ, ਪਰ ਮੈਂ ਨਹੀਂ ਰਹਿ ਸਕਦਾ ਮਿਲੇ ਬਿਨਾਂ। ਜੀ ਔਰ 1 ਮਹੀਨੇ ਦੇ ਅੰਦਰ ਜਗਦੀਸ਼ ਭਾਈ ਜੀ ਪਹਿਲੇ ਬਾਬਾ ਨੂੰ ਮਿਲਣ ਵਾਸਤੇ ਜੀ ਦੀਦੀ ਮਨਮੋਹਿਨੀ ਦੇ ਨਾਲ ਔਰ ਕੂੰਜ ਦਾਦੀ ਦੇ ਨਾਲ ਮਧੂਬਨ 'ਚ ਆਏ ਔਰ ਬ੍ਰਹਮਾ ਬਾਬਾ ਨੂੰ ਮਿਲੇ। ਬੜੇ ਪਿਆਰ ਨਾਲ ਮਿਲੇ ਔਰ ਉਹਨਾਂ ਨੂੰ ਉਸ ਵੇਲੇ ਬਾਬਾ ਦੇ ਮਿਲਣ ਦੇ ਸਮੇਂ ਜੋ ਅਨੁਭਵ ਹੋਇਆ, ਉੱਥੋਂ ਉਹਨਾਂ ਨੂੰ ਉਹ ਨਿਸ਼ਚੈ ਹੋ ਗਿਆ ਕਿ ਸੱਚਮੁੱਚ ਬ੍ਰਹਮਾ ਬਾਬਾ ਦੇ ਮੁਖ ਦੁਆਰਾ ਜੋ ਗਿਆਨ ਸੁਣਿਆ ਹੀ ਅਸੀਂ ਰੋਜ਼ ਸੁਣ ਰਹੇ ਹਾਂ, ਜਿਹਨੂੰ ਮੁਰਲੀ ਕਹਿੰਦੇ ਹਾਂ, ਉਹ ਮੁਰਲੀ ਸਵਯੰ ਪਰਮ ਪਿਤਾ ਪਰਮਾਤਮਾ ਸ਼ਿਵ ਆ ਕਰਕੇ ਸੁਣਾਉਂਦੇ ਹੈ। ਔਰ ਉਹਨਾਂ ਦੀ ਦ੍ਰਿਸ਼ਟੀ ਜਦੋਂ ਮਿਲਦੀ ਹੈ ਤੇ ਉਸ ਵੇਲੇ ਉਹਨਾਂ ਨੂੰ ਜਿਸ ਤਰ੍ਹਾਂ ਦਿਵਯ ਸਾਖਸ਼ਾਤਕਾਰ ਹੋ ਜਾਂਦਾ ਸੀ। ਔਰ ਇਹੋ ਜਿਹੇ ਅਨੁਭਵ ਜਦੋਂ ਉਹਨਾਂ ਨੇ ਪ੍ਰਾਪਤ ਕੀਤੇ ਤੇ ਉਹਨਾਂ ਨੇ ਆਪਣੇ ਜੀਵਨ ਦਾ ਫੈਸਲਾ ਕਰ ਲਿਆ ਕਿ ਮੈਂ ਪੂਰਾ ਹੀ ਈਸ਼ਵਰੀ ਸੇਵਾ ਕਰਾਂਗਾ। ਇਹ ਜਿਹੜੀ ਪ੍ਰਿੰਸੀਪਲ ਦੀ ਨੌਕਰੀ ਹੈ ਉਹ ਨਹੀਂ ਕਰਨੀ ਆ। ਔਰ ਉਸ ਤੋਂ ਬਾਅਦ ਉਹ ਪੂਰਾ ਹੀ ਗਿਆਨ 'ਚ ਈਸ਼ਵਰੀ ਗਿਆਨ ਔਰ ਸਹਿਜ ਰਾਜ ਯੋਗ ਉਹਦੇ ਅਭਿਆਸ 'ਚ ਵੀ ਲੱਗ ਗਏ, ਲੇਕਿਨ ਫਿਰ ਈਸ਼ਵਰੀ ਸੇਵਾ ਵਾਸਤੇ ਕੁਛ ਟਾਈਮ ਬਾਬਾ ਕੋਲ ਮਧੂਬਨ 'ਚ ਰਹਿ ਕਰਕੇ ਫਿਰ ਦਿੱਲੀ 'ਚ ਆਪਣਾ ਜਿਹੜਾ ਕਮਲਾ ਨਗਰ ਸੈਂਟਰ ਸੀ ਜੀ ਉੱਥੇ ਰਹਿਣਾ ਸ਼ੁਰੂ ਕੀਤਾ। ਅੱਛਾ। ਔਰ ਬਹੁਤ ਹਰ ਤਰ੍ਹਾਂ
ਅੱਗੇ ਦੀ ਉਸ ਵੇਲੇ ਦੀ ਜੋ ਕਿਫਾਇਤ ਵਾਲੀ, ਮੈਂ ਕਿਹਾ ਉਹ ਕੀ ਕਹਿੰਦੇ ਨੇ, ਇਕੋਨੋਮੀ ਵਾਲੀ ਜਿਹੜੀ ਲਾਈਫ ਸੀ, ਉਹ ਪ੍ਰੈਕਟੀਕਲ ਉਹਨਾਂ ਨੇ ਕੀਤੀ। ਉਹ ਪ੍ਰਿੰਟਿੰਗ ਕਰਵਾਉਣੀ ਹੈ ਜਾਂ ਕੁਝ ਵੀ ਕਰਾਉਣਾ ਹੈ ਤੇ ਜਿਤਨਾ ਹੋ ਸਕੇ ਘੱਟ ਤੋਂ ਘੱਟ ਖਰਚ ਹੋਏ। ਔਰ ਉਹ ਮਤਲਬ ਬਹੁਤ ਹੀ ਕੀ ਕਹੀਏ ਉਹਨਾਂ ਨੂੰ, ਉਹਨਾਂ ਦੀ ਡਰੈਸ ਜਿਹੜੀ ਸੀ ਉਹ ਬਹੁਤ ਵਧੀਆ ਡਰੈਸ ਪਹਿਨਦੇ ਸੀ, ਚੂੜੀਦਾਰ ਪਜਾਮਾ, ਜੀ ਲੰਬਾ ਕੁੜਤਾ, ਉੱਪਰ ਜੈਕਟ, ਨਹਿਰੂ ਜੈਕਟ ਜਿਹਨੂੰ ਜੀ ਜੀ ਕਹਿੰਦੇ ਆ, ਜੀ ਔਰ ਸਿਰ ਤੇ ਗਾਂਧੀ ਟੋਪੀ ਉਹ ਰੱਖਦੇ ਸੀ। ਅੱਛਾ ਤੇ ਉਹ ਜਦੋਂ ਪਹਿਨ ਕਰਕੇ ਕਿਤੇ ਵੀ ਜਾਂਦੇ, ਦੇਖਣ 'ਚ ਲੱਗਦੇ ਸੀ ਕੋਈ ਰਾਜਨੇਤਾ ਜਿਸ ਤਰ੍ਹਾਂ ਆ ਗਿਆ। ਜੀ ਔਰ ਬਹੁਤ ਹੀ ਬੁੱਧੀਜੀਵੀ, ਬੜੀ ਉਹਨਾਂ ਦੀ ਸੋਚ ਕੀ ਕਹੀਏ, ਬੇਹੱਦ ਦੀ ਸੋਚ ਸੀ। ਔਰ ਉਸ ਦੇ ਨਾਲ ਨਾਲ ਇੱਕ ਲਗਨ ਸੀ ਕਿ ਜਦੋਂ ਮੈਂ ਬਾਬਾ ਨੂੰ, ਯਾਨੀ ਪਰਮਾਤਮਾ ਨੂੰ, ਬ੍ਰਹਮਾ ਬਾਬਾ ਦੇ ਕੀ ਕਹੀਏ, ਉਹਨਾਂ ਦੇ ਨੈਣਾਂ ਦੇ ਦੁਆਰਾ, ਉਹਨਾਂ ਦੇ ਬਾਣੀ ਦੇ ਦੁਆਰਾ ਅੱਛੀ ਤਰ੍ਹਾਂ ਅਨੁਭਵ ਕੀਤਾ ਹੀ, ਤੇ ਮੈਂ ਇਹ ਸੰਦੇਸ਼ ਸਾਰੀ ਦੁਨੀਆ 'ਚ ਕਿਸ ਤਰ੍ਹਾਂ ਦਿਆਂ, ਉਹਦੇ ਵਾਸਤੇ ਉਹਨਾਂ ਦਾ ਵਿਚਾਰ ਚੱਲਦਾ। ਔਰ ਇਸ ਕਰਕੇ ਉਹਨਾਂ ਨੇ, ਜਿਸ ਤਰ੍ਹਾਂ ਅੱਜ ਕੱਲ੍ਹ ਗਿਆਨ ਅੰਮ੍ਰਿਤ ਛਪਦੀ ਹੈ, ਜੀ ਉਹਨਾਂ ਦਿਨਾਂ 'ਚ ਉਹਨਾਂ ਨੇ ਇੱਕ ਦੂਸਰੇ ਨਾਂ ਦੀ ਇੱਕ ਮੈਗਜ਼ੀਨ ਕੱਢੀ ਸੀ। ਔਰ ਫਿਰ ਕਿਤਾਬਾਂ ਲਿਖਣੀਆਂ ਸ਼ੁਰੂ ਹੋਈਆਂ। ਅੱਛਾ योग की विधि और सिद्धि और ये ऐसे ऐसे कई सारी किताबें, उन्होंने 250 किताबां लिखियां अपने जीवन काल 'ਚ। 250 ਤੇ ਆਤਮ ਪ੍ਰਕਾਸ਼ ਭਾਈ ਫਿਰ ਉਹਨਾਂ ਨੂੰ ਮਦਦ ਕਰਦੇ ਸੀ। ਤੇ ਲੇਕਿਨ ਕਿਉਂਕਿ ਇਹ ਪ੍ਰਿੰਟਿੰਗ ਆਦਿ ਦਾ ਕੰਮ ਜਿਹੜਾ ਉਹ ਸਾਰਾ ਦਿੱਲੀ 'ਚ ਹੁੰਦਾ ਸੀ ਤੇ ਉਹਨਾਂ ਦਾ ਦਿੱਲੀ ਰਹਿਣਾ ਹੁੰਦਾ ਸੀ, ਪਰ ਜਦੋਂ ਲਿਖਣ ਦਾ ਕੋਈ ਕੰਮ ਹੁੰਦਾ ਸੀ ਤੇ ਬਾਬਾ ਉਹਨਾਂ ਨੂੰ ਬੁਲਾ ਲੈਂਦੇ ਸੀ। ਜੀ ਮਧੂਬਨ 'ਚ ਆ ਕਰਕੇ ਉਹਨਾਂ ਨੂੰ ਅਕੇਲੇ ਇੱਕ ਕਮਰਾ ਦਿੰਦੇ ਸੀ ਕਿ ਇਕਾਂਤ 'ਚ ਰਹਿਣ ਔਰ ਵਿਚਾਰ ਸਾਗਰ ਮੰਥਨ ਕਰਕੇ ਉਹ ਲਿਖਣ। ਔਰ ਉਹਨਾਂ ਦਿਨਾਂ 'ਚ ਉਹਨਾਂ ਨੇ ਇੱਕ ਕਿਤਾਬ ਲਿਖੀ ਸੀ ਇੰਗਲਿਸ਼ 'ਚ, ਜੀ ਦ ਰੀਅਲ ਗੀਤਾ, ओह रियल गीता के नाम से। ਬਾਅਦ 'ਚ ਉਹਦਾ ਹਿੰਦੀ ਅਨੁਵਾਦ ਜਿਹੜਾ ਸੀ ਸੱਚੀ ਗੀਤਾ। ਜੀ ਔਰ ਉਸ ਤੋਂ ਇਲਾਵਾ ਵੀ ਹੋਰ ਕਈ ਅੱਛੀ ਮੈਂ ਇਸ ਕਰਕੇ ਕਿਤਾਬ ਦਾ ਨਾਂ ਲਿਆ ਹੀ ਕਿ ਫਿਰ ਜਦੋਂ ਮੈਂ ਸੇਵਾ 'ਚ ਬਾਬਾ ਦੀ ਸ਼੍ਰੀਮਤ ਦੇ ਅਨੁਸਾਰ ਸ਼ੁਰੂਆਤ ਕੀਤੀ ਸੀ ਤੇ ਬਾਬਾ ਨੇ ਮੈਨੂੰ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਮਿਲਣ ਵਾਸਤੇ ਖਾਸ ਆਪਣੇ ਸੋਮਨਾਥ ਮੰਦਿਰ ਦੇ ਉਦਘਾਟਨ ਦੇ ਸਮੇਂ, ਜਦੋਂ ਬਣ ਕੇ ਤਿਆਰ ਹੋਇਆ ਸੀ 1960 'ਚ ਸ਼ਿਵਰਾਤਰੀ ਦੇ ਟਾਈਮ ਤੇ ਉਹ ਉਸ ਵੇਲੇ ਬਾਬਾ ਨੇ ਪੰਡਿਤ ਜੀ ਵਾਸਤੇ ਉਹ ਵੱਡੀ ਕਿਤਾਬ ਦਿੱਤੀ ਮੈਨੂੰ, ਰੀਅਲ ਗੀਤਾ, ਉਹਨਾਂ ਨੂੰ ਸੌਗਾਤ ਦੇਣ ਵਾਸਤੇ। ਆਫ ਕੋਰਸ ਨਾਲ ਪ੍ਰਸਾਦ ਵੀ ਸੀ, ਡਰਾਈ ਫਰੂਟ ਦਾ ਬਾਕਸ। ਜੀ ਤੇ ਉਹ ਕਿਤਾਬ ਮਤਲਬ ਰੀਅਲ ਗੀਤਾ ਜਦੋਂ ਕੋਈ ਦੇਖਦਾ ਸੀ ਤੇ ਲੋਕ ਸੋਚਦੇ ਗੀਤਾ ਦਾ ਨਾਂ ਤੇ ਸੁਣਿਆ ਹੀ, ਪਰ ਰੀਅਲ ਗੀਤਾ ਫਿਰ ਕੀ ਹੈ। ਤੇ ਬੜੀ ਇੰਗਲਿਸ਼ ਵੀ ਬਹੁਤ ਅੱਛੀ ਸੀ ਔਰ ਟੌਪਿਕਸ ਵੀ ਬੜੇ ਅੱਛੇ ਸੀ। ਜੀ ਕਈ ਗੱਲਾਂ ਉਹਦੇ 'ਚ ਮਤਲਬ ਐਕਸਪਲੇਨ ਕੀਤੀਆਂ ਹੋਈਆਂ ਸੀ। ਤੇ ਇਸ ਤਰ੍ਹਾਂ ਉਹਨਾਂ ਦੀ ਜੀਵਨ ਦੇ ਬਾਰੇ ਜੋ ਥੋੜ੍ਹਾ ਬਹੁਤ ਮੈਨੂੰ ਪਤਾ ਹੀ, ਫਿਰ ਉਹ ਜਾਂਦੇ ਆਉਂਦੇ ਵੀ ਸੀ ਸੈਂਟਰਾਂ 'ਤੇ ਸੇਵਾ ਵਾਸਤੇ, ਤੇ ਬੰਬੇ ਵੀ ਆਏ ਸੀ। ਜਦੋਂ ਮੈਂ ਬੰਬੇ 'ਚ ਸੈਂਟਰ 'ਤੇ ਜਾਂਦਾ ਸੀ
ਤੇ ਬੰਬੇ ਵੀ ਆਏ ਸੀ ਔਰ ਉਹਨਾਂ ਦੀ ਕਲਾਸਿਸ ਜਿਹੜੀਆਂ ਹੋਈਆਂ ਉਹ ਕਲਾਸਿਸ ਸੁਣ ਕਰਕੇ ਤੇ ਮੈਨੂੰ ਇਤਨੀ ਅੱਛੀ ਲੱਗਦੀ ਸੀ ਉਹਨਾਂ ਦੀ ਕਲਾਸ। ਤੇ ਜਦੋਂ ਖਾਸ ਕਰ ਉਹਦੇ 'ਚ ਜਿਹੜੇ ਤਰੀਕੇ ਨਾਲ ਉਹਨਾਂ ਨੇ ਮੈਡੀਟੇਸ਼ਨ ਦਾ ਤਰੀਕਾ ਦੱਸਿਆ, ਯੋਗ ਕਿਸ ਤਰ੍ਹਾਂ ਕਰਨਾ ਹੈ, ਤੇ ਮੈਂ ਜਦੋਂ ਯਾਦ 'ਚ ਬੈਠਾ ਸ਼ਿਵ ਬਾਬਾ ਦੇ, ਤੇ ਪਹਿਲੇ ਮੈਨੂੰ ਜਗਦੀਸ਼ ਭਾਈ ਸਾਹਮਣੇ ਆਉਣ ਵੀ ਉਹਨਾਂ ਨੇ ਕੀ ਦੱਸਿਆ ਸੀ। ਉਸ ਤੋਂ ਬਾਅਦ ਬਾਬਾ ਦੇ ਨਾਲ ਮਨ ਲੱਗਦਾ ਸੀ। ਤੇ ਇਸ ਤਰ੍ਹਾਂ ਸ਼ੁਰੂ 'ਚ ਉਹਨਾਂ ਦੇ ਸੰਪਰਕ 'ਚ ਆਏ ਔਰ ਬਾਅਦ 'ਚ ਧੀਰੇ ਧੀਰੇ ਜਿਸ ਤਰ੍ਹਾਂ ਅਸੀਂ ਈਸ਼ਵਰੀ ਸੇਵਾ 'ਚ ਆਪਣਾ ਜੋ ਬਾਬਾ ਨੇ ਗਾਈਡ ਕੀਤਾ ਅਸੀਂ ਉਸ ਅਨੁਸਾਰ ਸੇਵਾ ਕਰਦੇ ਸੀ। ਤੇ ਆਹਿਸਤਾ ਆਹਿਸਤਾ ਫਿਰ ਜਗਦੀਸ਼ ਭਾਈ ਜੀ ਨੇ ਈਸ਼ਵਰੀ ਸੇਵਾ ਨੂੰ ਅੱਗੇ ਵਧਾਉਣ ਵਾਸਤੇ ਇੱਕ ਸਾਰੇ ਹਿੰਦੁਸਤਾਨ ਦੇ ਜਿਹੜੇ ਮੁੱਖ ਭਾਈ ਭੈਣ ਸੀ ਉਹਨਾਂ ਦੀ ਇੱਕ ਕਮੇਟੀ ਬਣਾਈ ਸੀ। ਉਸ ਕਮੇਟੀ 'ਚ ਜਿਸ ਤਰ੍ਹਾਂ ਮੋਹਿਨੀ ਬਹਿਨ ਆਪਣੀ ਨਿਊਯਾਰਕ ਵਾਲੀ ਹੈ ਔਰ ਕਾਨਪੁਰ ਦੇ ਐਡਵੋਕੇਟਸ ਹੈਗੇ ਸੀ, ਰਮੇਸ਼ ਭਾਈ ਊਸ਼ਾ ਬਹਿਨ ਹੈਗੇ ਸੀ, ਮੈਂ ਵੀ ਉਹਨਾਂ ਦੇ ਨਾਲ ਸੀ। ਤੇ ਸੇਵਾ ਦੇ ਆਪਸ 'ਚ ਬੈਠ ਕਰਕੇ ਸੇਵਾ ਦੇ ਬੜੇ ਪਲਾਨਸ ਔਰ ਉਹ ਸਭ ਡਿਸਕਸ ਕਰਦੇ ਹੁੰਦੇ ਸੀ ਔਰ ਬਹੁਤ ਹੀ ਅੱਛੇ ਪ੍ਰੋਗਰਾਮ ਜਗਦੀਸ਼ ਭਾਈ ਜੀ ਨੇ ਕਰਵਾਏ ਸੀ। ਵੱਡੇ ਵੱਡੇ ਮੇਲੇ ਵੀ ਕਰਵਾਏ ਔਰ ਸਾथ ਐਗਜ਼ੀਬਿਸ਼ਨਸ ਵੀ ਕਰਾਈਆਂ, ਸੈਮੀਨਾਰਸ ਵੀ ਕਰਾਏ, ਕਾਨਫਰੰਸਿਸ ਵੀ ਕਰਾਈਆਂ। ਔਰ ਉਹਨਾਂ ਦਾ ਲਿਖਣ ਦਾ ਜਿਹੜਾ ਤਰੀਕਾ ਸੀ, ਜਦੋਂ ਵੀ ਕੋਈ ਪ੍ਰੋਗਰਾਮ ਹੁੰਦਾ ਸੀ ਉਹਦੇ ਇਨਵੀਟੇਸ਼ਨ ਕਾਰਡ ਛਾਪਣੇ ਹੋਣ ਜਾਂ ਹੋਰ ਕੁਝ ਲਿਖਣਾ ਹੋਏ ਉਹਨਾਂ ਕੋਲੋਂ ਹੀ ਲਿਖਵਾਉਂਦੇ ਸੀ ਔਰ ਉਹ ਹਰ ਜਗ੍ਹਾ ਉਹਨਾਂ ਨੂੰ ਬੁਲਾਉਂਦੇ ਸੀ। ਕਦੀ ਕਦੀ ਉਹ ਬਹੁਤ ਬਿਜ਼ੀ ਵੀ ਹੁੰਦੇ ਸੀ, ਫਿਰ ਵੀ ਦਾਦੀ ਚੰਦਰਮਣੀ ਜਾਂ ਦਾਦੀ ਪ੍ਰਕਾਸ਼ਮਣੀ ਉਹ ਫਿਰ ਉਹਨਾਂ ਨੂੰ ਕਹਿੰਦੇ ਜਾਂ ਦੀਦੀ ਮਨਮੋਹਿਨੀ ਕਹਿਣਗੇ ਜਗਦੀਸ਼ ਭਾਈ ਬਈ ਅੰਮ੍ਰਿਤਸਰ ਪ੍ਰੋਗਰਾਮ ਹੈ, ਜਲੰਧਰ ਪ੍ਰੋਗਰਾਮ ਹੈ, ਉੱਥੇ ਬੁਲਾ ਰਹੇ ਨੇ, ਤੁਸੀਂ ਭਾਵੇਂ ਇੱਕ ਦਿਨ ਵਾਸਤੇ ਜਾਓ, ਉੱਥੇ ਜਾਓ ਜ਼ਰੂਰ। ਤੇ ਫਿਰ ਉਹ ਬੜਾ ਜੋ ਵੱਡੀ ਦੀਦੀ ਜਾਂ ਦਾਦੀ ਜਾਂ ਬਾਬਾ ਦੀ ਤਰਫੋਂ ਇਸ਼ਾਰਾ ਮਿਲਦਾ ਸੀ ਤੇ ਕਦੀ ਨਾ ਨਹੀਂ ਕਰਦੇ ਸੀ। ਫਿਰ ਰਾਤ ਨੂੰ ਜਾਣਗੇ, ਅਗਲੇ ਦਿਨ ਆਪਣਾ ਉਹ ਪ੍ਰੋਗਰਾਮ ਕਰਕੇ ਔਰ ਉਸ ਤੋਂ ਬਾਅਦ ਵਾਪਸ ਆ ਜਾਣਗੇ। ਆਪਣੇ ਟਾਈਮ ਦੀ ਬੜੀ ਉਹਨਾਂ ਨੂੰ ਵੈਲਿਊ ਸੀ ਔਰ ਸਭ ਤੋਂ ਵੱਡੀ ਗੱਲ ਜਿਹੜੀ ਉਹਨਾਂ ਦੀ ਵਿਸ਼ੇਸ਼ ਲਿਖਣ ਦਾ ਜਿਹੜਾ ਇਹਨਾਂ ਦਾ ਟਾਈਮ ਸੀ ਉਹ ਸੀ ਅਰਲੀ ਮਾਰਨਿੰਗ ਜੀ। ਬਹੁਤ ਸਵੇਰੇ ਉਹ ਉੱਠ ਕਰਕੇ 2:30-3 ਵਜੇ ਬਾਬਾ ਦੀ ਯਾਦ 'ਚ ਬੈਠ ਕਰਕੇ ਔਰ ਲਿਖਣਾ ਸ਼ੁਰੂ ਕਰਦੇ ਸੀ। ਔਰ ਉਹਨਾਂ ਦਾ ਇਹ ਨਿਯਮ ਸੀ ਜਲਦੀ ਸੌਣਾ, ਜਲਦੀ ਉੱਠਣਾ। ਇਸੇ ਤਰ੍ਹਾਂ ਹੀ ਦਿਨੇ ਵੀ ਭੋਜਨ ਕਰਕੇ ਥੋੜ੍ਹਾ ਜਿਹਾ ਟਾਈਮ, ਪੌਣਾ ਘੰਟਾ 1 ਘੰਟਾ ਆਰਾਮ ਕਰਦੇ ਸੀ। ਬਾਕੀ ਟਾਈਮ ਉਹ ਸਦਾ ਬਹੁਤ ਬਿਜ਼ੀ ਰਹਿੰਦੇ ਸੀ, ਬਹੁਤ ਬਿਜ਼ੀ ਰਹਿੰਦੇ ਸੀ। ਅੱਗੇ ਦੇ ਕਈ ਸਾਰੇ ਇਹੋ ਜਿਹੀਆਂ ਗੱਲਾਂ ਵੀ ਹੋਈਆਂ, ਸ਼ਾਇਦ ਕਿਸੇ ਨੂੰ ਕੋਈ ਪਤਾ ਹੋਏ ਜਾਂ ਨਾ ਹੋਏ। ਕਦੀ ਕਦੀ ਲੋਕ ਨਹੀਂ ਪਹਿਚਾਨਦੇ ਸੀ, ਉਹ ਬਲਕਿ ਗਲਤ ਫਹਿਮੀਆਂ ਸੀ ਵੀ ਇਹ ਭੈਣਾਂ ਸਫੇਦ ਸਾੜੀ ਪਹਿਨ ਕਰਕੇ ਆ ਗਈਆਂ, ਇਹ ਕੌਣ ਹੈਗੀਆਂ, ਕਿੱਥੋਂ ਆਈਆਂ। ਫਿਰ ਜਗਦੀਸ਼ ਭਾਈ ਜੀ ਉਹ ਭਾਵੇਂ ਇਹ ਮੇਲੇ ਸੀ ਕੀ ਕਹਿੰਦੇ ਇਹਨੂੰ ਔਰ 12 ਸਾਲ 'ਚ ਮੇਲਾ ਹੁੰਦਾ ਕੁੰਭ ਦਾ ਮੇਲਾ ਜੀ। ਕੁੰਭ ਦੇ ਮੇਲੇ 'ਚ ਜਾਂ ਹੋਰ ਕਿਸੇ ਸੰਮੇਲਨ 'ਚ ਉਹਦੇ 'ਚ ਉਹ ਜਾ ਕਰਕੇ ਸੇਵਾ ਕਰਦੇ ਸੀ।
ਔਰ ਫਿਰ ਵੱਡੇ ਵੱਡੇ ਜਿਹੜੇ ਸਕਾਲਰਸ ਉਹਨਾਂ ਦੇ ਨਾਲ ਗੱਲਬਾਤ ਕਰਕੇ ਗੀਤਾ ਦੇ ਬਾਰੇ 'ਚ, ਗੀਤਾ ਦਾ ਭਗਵਾਨ ਕੌਣ ਹੈ ਉਹਦੇ ਬਾਰੇ 'ਚ, ਔਰ ਇਸੇ ਤਰ੍ਹਾਂ ਹੀ ਸਾਇੰਸ ਦੇ ਬਾਰੇ 'ਚ, ਸਾਇੰਸ ਦੀਆਂ ਕਈ ਗੱਲਾਂ ਇਹੋ ਜਿਹੀਆਂ ਹੈਗੀਆਂ ਉਹਦੇ ਬਾਰੇ 'ਚ। ਮਤਲਬ ਉਹ ਇੱਕ ਇੰਜ ਕਹੀਏ ਕਿ ਜਗਦੀਸ਼ ਭਾਈ ਦਾ ਜਿਹੜਾ ਦਿਮਾਗ ਸੀ ਉਹ ਐਨਸਾਈਕਲੋਪੀਡੀਆ ਸੀ, ਜਿਸ ਤਰ੍ਹਾਂ ਜੀ ਹਰੇਕ ਫੀਲਡ ਦਾ ਉਹਨਾਂ ਨੂੰ ਬੜਾ ਗਹਿਰਾਈ ਦਾ ਗਿਆਨ ਸੀ। ਤੇ ਭਾਰਤ 'ਚ ਵੀ ਔਰ ਵਿਦੇਸ਼ 'ਚ ਵੀ, ਵਿਦੇਸ਼ ਵੀ ਜਦੋਂ ਗਏ ਉਹ ਸਭ ਜਗ੍ਹਾ ਬਹੁਤ ਸੇਵਾ ਕਰਕੇ ਚਾरों ਤਰਫ ਬਾਬਾ ਦਾ ਸੰਦੇਸ਼ ਦੇ ਕਰਕੇ ਆਏ। ਕਾਫੀ ਉਹਨਾਂ ਨੇ ਉੱਥੇ ਇਕੱਲੇ ਰਹਿ ਕਰਕੇ ਰੋਟੀ ਖੁਦ ਬਣਾਉਣੀ। ਉਹ ਦੱਸਦੇ ਸੀ ਕਿ ਇੱਕ ਵਾਰ ਖਿਚੜੀ ਬਣਾ ਲਈ ਸਾਰੇ ਦਿਨ ਵਾਸਤੇ ਬਹੁਤ। ਜੀ ਤੇ ਇਸ ਤਰ੍ਹਾਂ ਮਤਲਬ 1 ਸਾਲ ਪੂਰਾ ਉਹਨਾਂ ਨੇ ਵਿਦੇਸ਼ ਦੀ ਯਾਤਰਾ 'ਚ ਲਗਾਇਆ ਸੀ। ਔਰ ਪੂਰੇ 1 ਸਾਲ 'ਚ ਸਾਰੇ 5 ਕੰਟੀਨੈਂਟਸ 'ਚ ਬਾਬਾ ਦਾ ਗਿਆਨ ਸੁਣਾ ਕਰਕੇ ਔਰ ਲੋਕਾਂ ਨੂੰ ਕਾਫੀ ਪ੍ਰਭਾਵਿਤ ਕਰਕੇ ਆਏ ਸੀ। ਜੀ ਔਰ ਫਿਰ ਵੱਡੇ ਭਰਾ ਹੋਣ ਕਰਕੇ ਸਭ ਉਹਨਾਂ ਦੀ ਗੱਲ ਨੂੰ ਵੀ ਸਵੀਕਾਰ ਵੀ ਕਰਦੇ ਸੀ, ਮੰਨਦੇ ਵੀ ਸੀ। ਔਰ ਮਤਲਬ ਫਿਰ ਲਾਸਟ 'ਚ ਤੇ ਉਹਨਾਂ ਦੀ ਤਬੀਅਤ ਦੇ ਕਾਰਨ ਮਾਊਂਟ ਆਬੂ 'ਚ ਹੀ ਉਹਨਾਂ ਨੇ ਸਰੀਰ ਛੱਡਿਆ ਸੀ। ਉਸ ਵੇਲੇ ਅਸੀਂ ਉਹਨਾਂ ਦੇ ਕੋਲ ਸੀ। ਥੋੜ੍ਹੀ ਜਿਹੀ ਉਹ ਕੀ ਕਹਿੰਦੇ ਇਹਨੂੰ ਹਸਤ ਰੇਖਾ ਵਗੈਰਾ ਇਹਦਾ ਵੀ ਗਿਆਨ ਸੀ ਉਹਨਾਂ ਨੂੰ। ਜੀ ਜੀ ਤੇ ਹਮੇਸ਼ਾ ਕਹਿੰਦੇ ਸੀ ਕਿ ਮੇਰੀ 72 ਸਾਲ ਦੀ ਉਮਰ ਹੈ, ਇਸ ਤੋਂ ਜ਼ਿਆਦਾ ਨਹੀਂ। ਅਸੀਂ ਕਹਿੰਦੇ ਸੀ ਭਾਈ ਸਾਹਿਬ ਇਹ ਤਾਂ ਤੁਸੀਂ ਤੁਹਾਡੀ ਅਗਿਆਨ ਕਾਲ 'ਚ ਤੁਹਾਨੂੰ ਦੱਸਿਆ ਹੀ। ਅਸੀਂ ਤੇ ਇਹ ਸੁਣਿਆ ਹੀ ਕਿ ਗਿਆਨ ਤੋਂ ਬਾਅਦ ਬਾਬਾ ਦੀ ਯਾਦ 'ਚ ਮੈਡੀਟੇਸ਼ਨ 'ਚ ਵਿਅਕਤੀ ਦੀ ਆਯੂ ਵੱਧ ਜਾਂਦੀ ਹੈ। ਜੀ ਉਹ ਮੰਨਦੇ ਨਹੀਂ ਸੀ। ਔਰ ਉਹਦੇ ਹਿਸਾਬ ਨਾਲ ਜੋ ਉਹਨਾਂ ਨੇ ਪਹਿਲੇ ਤੋਂ ਉਹਨਾਂ ਨੂੰ ਪਤਾ ਸੀ ਉਸੇ ਹਿਸਾਬ ਨਾਲ ਹੀ ਸਨ 2001 'ਚ ਜੀ ਗਲੋਬਲ ਹਸਪੀਟਲ 'ਚ ਸਰੀਰ ਛੱਡਿਆ ਸੀ। ਗਲੋਬਲ ਹਸਪੀਟਲ 'ਚ ਤੇ ਬਿਮਾਰ ਸੀ ਜੀ। ਔਰ ਫਿਰ ਜਦੋਂ ਡਾਕਟਰ ਨੇ ਕਹਿ ਦਿੱਤਾ ਕਿ ਹੁਣ ਅਸੀਂ ਕੁਝ ਨਹੀਂ ਕਰ ਸਕਦੇ ਤੇ ਉਹ ਲੀਵਰ ਦੀ ਪ੍ਰੋਬਲਮ ਹੈਗੀ ਸੀ। ਫਿਰ ਉਹਨਾਂ ਨੂੰ ਮਧੂਬਨ ਸੁਖਧਾਮ 'ਚ ਸ਼ਿਫਟ ਕਰ ਦਿੱਤਾ। ਉੱਥੇ ਉਹਨਾਂ ਵਾਸਤੇ ਖਾਸ ਬਹੁਤ ਅੱਛਾ ਪ੍ਰਬੰਧ ਕੀਤਾ ਹੋਇਆ ਸੀ ਜੀ। ਡਾਕਟਰ ਦੇ ਵਾਸਤੇ ਵੀ ਉੱਧਰ ਬੈਠਣ ਵਾਸਤੇ ਉਹਨਾਂ ਦੇ ਇੰਸਟਰੂਮੈਂਟਸ ਵਗੈਰਾ ਸਭ। ਤੇ ਫਿਰ ਸੁਖਧਾਮ 'ਚ ਹੀ ਉਹਨਾਂ ਨੇ ਸਰੀਰ ਛੱਡਿਆ ਸੀ ਮਾਊਂਟ ਆਬੂ 'ਚ। ਜੀ ਲੇਕਿਨ ਬੜੀ ਉਹਨਾਂ ਦੀ ਜਿਹੜੀ ਲਾਈਫ ਮੈਂ ਕਹਾਂਗਾ ਇਹ ਬੜੀ ਇੰਸਪਾਇਰਿੰਗ ਲਾਈਫ। ਜੀ ਭੈਣਾਂ ਵਾਸਤੇ ਵੀ ਇਤਨਾ ਰਿਸਪੈਕਟ ਉਹਨਾਂ ਦੇ ਦਿਲ 'ਚ ਹੁੰਦਾ ਸੀ, ਛੋਟੀ ਹੋਏ ਬੜੀ ਹੋਏ ਸਭ ਵਾਸਤੇ। ਭਰਾਵਾਂ ਵਾਸਤੇ ਵੀ ਹਰ ਇੱਕ ਨੂੰ ਆਪਣਾ ਅਜ਼ੀਜ਼ ਸਮਝਦੇ ਸੀ। ਅਜ਼ੀਜ਼ ਸਮਝਦੇ ਆਪਣਾ ਛੋਟਾ ਭਾਈ। ਔਰ ਹਰ ਇੱਕ ਨੂੰ ਬੜੇ ਪਿਆਰ ਨਾਲ, ਬਹੁਤ ਪਿਆਰ ਨਾਲ ਮਿਲਣਾ ਔਰ ਪ੍ਰਸਾਦ ਖਿਲਾਉਣਾ ਔਰ ਗੱਲਾਂ ਇਹੋ ਜਿਹੀਆਂ ਸੁਣਾਉਣਗੇ ਜਿਹੜੇ ਗਿਆਨ ਤੋਂ ਸਿਵਾ ਹੋਰ ਕੋਈ ਗੱਲ ਹੀ ਨਹੀਂ। ਗਿਆਨ 'ਚੋਂ ਕਿਸ ਤਰ੍ਹਾਂ ਆਪਣੇ ਆਪ ਨੂੰ ਪਰਪੱਕ ਕਰਨ, ਅੱਗੇ ਵਧਣ, ਉਹਦੇ ਵਾਸਤੇ ਹਮੇਸ਼ਾ ਉਹ ਤਿਆਰ ਰਹਿੰਦੇ ਸੀ। ਜੀ ਨਹੀਂ ਤੇ ਬਹੁਤ ਸ਼ਾਂਤ ਰਹਿੰਦੇ ਸੀ। ਆਪਣੀ ਜੋ ਉਹਨਾਂ ਦਾ ਆਪਣਾ ਕਾਰੋਬਾਰ ਸੀ ਲਿਖਣ ਦਾ, ਉਹਦੇ 'ਚ ਬਹੁਤ ਬਿਜ਼ੀ ਰਹਿੰਦੇ ਸੀ।
ਤੇ ਮੈਂ ਇੰਨਾ ਹੀ ਜਾਣਦਾ, ਵੈਸੇ ਤੇ ਬਹੁਤ ਗੱਲਾਂ ਹੈਗੀਆਂ ਹੀ, ਜੀ ਬਿਲਕੁਲ। ਲੇਕਿਨ ਮੋٹے ਰੂਪ ਚ ਤੁਹਾਨੂੰ ਇਹ ਸਾਰੀ ਕਹਾਣੀ ਸੁਣਾ ਇਜਾਜ਼ਤ ਲੈਂਦੇ ਹਾਂ ਤੇ ਅਗਲੀ ਕੜੀ 'ਚ ਫਿਰ ਤੁਹਾਡੇ ਵਰਗੋਂ ਮਿਲਦੇ ਹਾਂ। ਜੀ, ਓਮ ਸ਼ਾਂਤੀ ਓਮ ਪਾਈ ਜੀ। ਸ਼ਾਂਤੀ।